Hello everyone and welcome to Learning Peak channel. This channel will focus on topic related to social science यानी कि समाजिक ਸਿੱਖਿਆ ਤੇ ਮੈਂ ਤੁਹਾਨੂੰ ਸਿਸਟਮੈਟਿਕਲੀ ਸਮਾਜਿਕ ਸਿੱਖਿਆ ਦੀਆਂ ਜਿੰਨੀਆਂ ਬ੍ਰਾਂਚेस ਨੇ ਹਿਸਟਰੀ ਪੋਲੀਟੀਕਲ ਸਾਇੰਸ ਜਿਹਨੂੰ ਆਪਾਂ ਸਿਵਿਕਸ ਵੀ ਬੋਲਦੇ ਹਾਂ ਤੇ ਜੀਓਗ੍ਰਾਫੀ ਦੇ ਸਾਰੇ ਟੌਪਿਕਸ ਕਵਰ ਕਰਾਉਂਗੀ ਜਿਹੜੇ ਇਹ ਟੌਪਿਕ ਨੇ ਇਹ ਪੀਐਸ ਸਟੈਟ ਸੀਟੈਟ ਦੇ ਪੇਪਰ 2 ਦੇ ਸਿਲੇਬਸ ਵਿੱਚ ਸਪੈਸੀਫਿਕਲੀ ਮੈਂਸ਼ਨ ਨੇ ਤੇ ਜਿਹੜਾ ਆਪਣਾ ਆਉਣ ਵਾਲਾ ਮਚ ਅਵੇਟਡ ਪੇਪਰ ਹੈ ਮਾਸਟਰ ਕੈਡਰ ਦਾ TGT ਸੋਸ਼ਲ ਸਾਇੰਸ ਦਾ ਉਹਦੇ ਬੇਸ ਨੂੰ ਬਿਲਡ ਕਰਨ ਲਈ ਇਹ ਜਿਹੜੇ ਸਾਰੇ ਟੌਪਿਕ ਨੇ ਕਲੀਅਰ ਹੋਣੇ ਬਹੁਤ ਜ਼ਰੂਰੀ ਨੇ ਤੇ ਥਰੂ MCQ ਹੀ ਮੈਂ ਤੁਹਾਨੂੰ ਇਹ ਸਾਰੇ ਟੌਪਿਕ ਕਵਰ ਕਰਾਉਂਗੀ ਹਰ MCQ ਤੋਂ ਪਹਿਲਾਂ ਮੈਂ ਤੁਹਾਨੂੰ ਉਹਦੇ ਬਰੀਫਲੀ ਕਨਸੈਪਟ ਕਲੀਅਰ ਕਰਵਾ ਦੂੰਗੀ ਤੇ ਅੱਜ ਆਪਾਂ ਸ਼ੁਰੂ ਕਰਦੇ ਹਾਂ ਹਿਸਟਰੀ ਤੋਂ ਯਾਨੀ ਕਿ ਇਤਿਹਾਸ ਤੋਂ ਕਿਸੇ ਨੇ ਸਹੀ ਕਿਹਾ ਹੈ ਕਿ ਚੰਗੇ ਭਵਿੱਖ ਲਈ ਅਤੀਤ ਦਾ ਅਧਿਐਨ ਕਰਨਾ ਬਹੁਤ ਜ਼ਰੂਰੀ ਹੈ ਤੇ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਮੈਂ ਅੱਜ ਦਾ ਟੌਪਿਕ ਸ਼ੁਰੂ ਕਰਾ ਰਹੀ ਹਾਂ ਜਿਹੜਾ ਕਲਾਸ 6 ਦੀ ਸੋਸ਼ਲ ਸਾਇੰਸ ਦੀ ਬੁੱਕ ਹੈ ਹਿਸਟਰੀ ਦੀ NCERT ਤੇ PSEB ਦੀ ਬੁੱਕ 'ਚ ਮੈਂਸ਼ਨ ਹੈ ਇਹ ਟੌਪਿਕ ਤੇ ਟੌਪਿਕ ਦਾ ਨਾਮ ਹੈ ਵਟ ਵੇਅਰ ਹਾਊ ਐਂਡ ਵੈਨ ਯਾਨੀ ਕਿ ਪ੍ਰਾਚੀਨ ਇਤਿਹਾਸ ਪਹਿਲੇ ਕੁਐਸਚਨ ਵੱਲ ਚੱਲਦੇ ਹਾਂ ਪਹਿਲਾ ਕੁਐਸਚਨ ਹੈ अर्लीस्ट मैन लिव्ड लॉन्ग एगो ऑन द बैंक ऑफ विच रिवर यानी कि सब तो पहला मनुख किस नदी के कंढे ते रहिंदा सी ऑप्शन ए है गंगा नदी के कंढे ते ऑप्शन बी है व्यास नदी के कंढे ते ऑप्शन सी है नर्मदा नदी के कंढे ते या ऑप्शन डी है रावी नदी के कंढे ते ਇਹਦਾ ਉੱਤਰ ਹੈ ऑप्शन सी नर्मदा नदी के कंढे ਤੇ ਹੀ ਸਭ ਤੋਂ ਪਹਿਲਾ ਮਨੁੱਖ ਰਹਿੰਦਾ ਸੀਗਾ ਜਿਹੜੇ ਆਪਣੇ ਪੂਰਵਜ ਸੀ ਉਹ ਨਦੀਆਂ ਦੇ ਕੰਢੇ ਤੇ ਹੀ ਆਪਣੀ ਵਸੋਂ ਕਰਦੇ ਸੀ ਕਿਉਂਕਿ ਉੱਥੇ ਹੀ ਉਹਨਾਂ ਨੂੰ ਸਭ ਤੋਂ ਆਸਾਨੀ ਨਾਲ ਪਾਣੀ ਤੇ ਖਾਣ ਲਈ ਚੀਜ਼ਾਂ ਮਿਲ ਜਾਂਦੀਆਂ ਸੀ ਹੁਣ ਤੁਸੀਂ ਮੈਪ ਵੱਲ ਮੂਵ ਕਰੋ ਮੈਪ ਤੇ ਹੈਲਪ ਦੇ ਨਾਲ ਹੀ ਆਪਾਂ ਚੀਜ਼ਾਂ ਨੂੰ ਇੰਟਰਲਿੰਕ ਕਰਕੇ ਬੜੇ ਆਸਾਨੀ ਨਾਲ ਰਿਟੇਨ ਕਰ ਸਕਦੇ ਹਾਂ ਤੇ ਨਰਮਦਾ ਨਦੀ ਹੈ ਜਿਹੜੀ ਉਹ ਸੈਂਟਰਲ ਇੰਡੀਆ ਤੋਂ ਫਲੋ ਕਰਨਾ ਸ਼ੁਰੂ ਕਰਦੀ ਹੈ ਇੱਥੋਂ ਬਹਿਣਾ ਸ਼ੁਰੂ ਕਰਦੀ ਹੈ ਇਹ ਮੱਧ ਪ੍ਰਦੇਸ਼ ਦਾ ਇਲਾਕਾ ਹੈ ਜਿਹੜੀ ਨਰਮਦਾ ਨਦੀ ਹੈ ਇਹ ਉਹਨਾਂ ਦੋ ਨਦੀਆਂ ਚੋਂ ਇੱਕ ਨਦੀ ਹੈ ਜਿਹੜੀ ਵੈਸਟ ਵੱਲ ਫਲੋ ਕਰਦੀਆਂ ਨੇ ਹੁਣ ਇੱਥੋਂ ਸ਼ੁਰੂ ਹੁੰਦੀ ਹੈ ਇਹ ਬਹਿਣੀ ਤੇ ਇਹ ਮਹਾਰਾਸ਼ਟਰ ਔਰ ਗੁਜਰਾਤ ਦਾ ਬਿਲਕੁਲ ਜਿਹੜਾ ਥੱਲੜਾ ਪਾਸਾ ਹੈ ਉੱਥੇ ਤੱਕ ਜਾਂਦੀ ਹੈ ਵਹਿੰਦੀ ਹੋਈ ਤੇ ਅੰਤ ਵਿੱਚ ਇਹ ਅਰਬ ਸਾਗਰ ਨੂੰ ਜਾ ਕੇ ਮਿਲ ਜਾਂਦੀ ਹੈ ਤੇ ਨੈਕਸਟ ਕੁਐਸਚਨ ਹੈ ਦ अर्लीस्ट मैन who lived on the bank of river Narmada was also known as ਨਰਮਦਾ ਨਦੀ ਦੇ ਕੰਢੇ ਤੇ ਰਹਿਣ ਵਾਲੇ ਸਭ ਤੋਂ ਪੁਰਾਣੇ ਮਨੁੱਖ ਨੂੰ ਕਿੰਨਾ ਨਾਮਾਂ ਵਜੋਂ ਜਾਣਿਆ ਜਾਂਦਾ ਸੀ ਮਤਲਬ ਉਹਨੂੰ ਹੋਰ ਕੀ ਕਹਿੰਦੇ ਸੀ ਜਿਹੜਾ ਆਪਣਾ ਪੁਰਾਣਾ ਮਨੁੱਖ ਸੀਗਾ ਜਿਹੜਾ ਨਰਮਦਾ ਨਦੀ ਦੇ ਕੰਢੇ ਤੇ ਰਹਿੰਦਾ ਸੀਗਾ ਆਪਸ਼ਨ A ਹੈ ਸਕਿਲ ਗੈਦਰਰ ਪੰਜਾਬੀ ਵਿੱਚ ਵੀ ਇਹਨੂੰ ਆਪਾਂ ਸਕਿਲ ਗੈਦਰਰ ਹੀ ਕਹਾਂਗੇ ऑप्शन बी है फार्मर यानी कि किसान ऑप्शन सी है नोमैडिक पीपल यानी कि खानाबदोश लोग ऑप्शन डी है नन ऑफ दीस यानी कि ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹਦਾ ਉੱਤਰ ਹੈ ਸਕਿਲਡ ਗੈਦਰਰ ਹੀ ਉਹਨੂੰ ਆਪਾਂ ਕਹਿੰਦੇ ਸੀਗੇ ऑप्शन ए ਦਾ ਸਹੀ ਆਨਸਰ ਹੈ ਜਾਂ ਕਹਿ ਲਓ ਹੰਟ ਗੈਦਰਰ ਕਿਉਂਕਿ ਉਹ ਆਪਣੇ ਕੌਸ਼ਲ ਨਾਲ ਹੀ ਜਿਹੜਾ ਸਮਾਨ ਹੈ ਆਸ-ਪਾਸ ਦੀਆਂ ਜਿਹੜੀਆਂ ਰਿਸੋਰਸਿਸ ਹੈ ਉਹਨੂੰ ਇਕੱਠੀਆਂ ਕਰਕੇ ਆਪਣਾ ਜੀਵਨ ਬਤੀਤ ਕਰ ਰਿਹਾ ਸੀ ਉਹਨਾਂ ਨੂੰ ਖਾਂਦਾ ਸੀ ਉਪਯੋਗ ਕਰਦਾ ਸੀ ਉਹਨਾਂ ਚੀਜ਼ਾਂ ਦਾ ਉਹਦੇ ਕੋਲ ਇੱਕ ਪਰਟੀਕੂਲਰ ਨੌਲੇਜ ਨਹੀਂ ਸੀ ਕਿਸੇ ਚੀਜ਼ ਦੀ ਉਹਨੂੰ ਇਹ ਨਹੀਂ ਪਤਾ ਸੀ ਮੈਟਲਸ ਕੀ ਹੁੰਦੇ ਨੇ ਕਿਵੇਂ ਉਹਨਾਂ ਦਾ ਪ੍ਰਯੋਗ ਕੀਤਾ ਜਾਂਦਾ ਧਾਤੂ ਕੀ ਹੁੰਦਾ ਹੈ ਹਨਾ ਤੇ ਉਹਦੇ ਕੋਲੇ ਆਪਣੇ ਵਰਗੀ ਐਜੂਕੇਸ਼ਨ ਨਹੀਂ ਸੀਗੀ ਜਿਵੇਂ ਹੁਣ ਇੱਕ ਪ੍ਰੋਪਰ ਸਟਰਕਚਰ ਹੈ ਕੋਰਸ ਦਾ ਕਿ ਪਹਿਲੀ ਕਲਾਸ ਕਲੀਅਰ ਕਰੋਗੇ ਫਿਰ ਦੂਜੀ ਚ ਜਾਓਗੇ ਇਸ ਕਰਕੇ ਉਹ ਆਪਣੇ ਹੁਨਰ ਨਾਲ ਹੀ ਆਪਣਾ ਗੁਜ਼ਾਰਾ ਕਰ ਰਿਹਾ ਸੀ ਇਸ ਲਈ ਉਹਨੂੰ ਆਪਾਂ ਸਕਿਲਡ ਗੈਦਰਰ ਜਾਂ ਹੰਟ ਗੈਦਰਰ ਕਹਿੰਦੇ ਆ ਹੁਣ ਜਿਹੜਾ ਇਹ ਕੁਐਸਚਨ ਹੈ ਸੀਟੈਟ ਦੇ ਪੇਪਰ ਚ ਆਇਆ ਹੋਇਆ ਹੈ ਇਸ ਲਈ ਆਪਾਂ ਨੂੰ ਬੇਸਿਕ ਕਨਸੈਪਟ ਕਲੀਅਰ ਕਰਨੇ ਬਹੁਤ ਜ਼ਰੂਰੀ ਨੇ ਅਗਲੇ ਕੁਐਸਚਨ ਵੱਲ ਚੱਲਦੇ ਹਾਂ ਅਗਲਾ ਕੁਐਸਚਨ ਹੈ when was first man began to grow crops ਮਨੁੱਖ ਨੇ ਸਭ ਤੋਂ ਪਹਿਲਾਂ ਫਸਲਾਂ ਕਦੋਂ ਉਗਾਉਣੀਆਂ ਸ਼ੁਰੂ ਕੀਤੀਆਂ ਸੀ ਆਪਸ਼ਨ A ਹੈ 8000 ਸਾਲ ਪਹਿਲਾਂ ਆਪਸ਼ਨ B ਹੈ 10000 ਸਾਲ ਪਹਿਲਾਂ ਆਪਸ਼ਨ C ਹੈ 1 ਮਿਲੀਅਨ ਈਅਰ ਪਹਿਲਾਂ ਆਪਸ਼ਨ D ਹੈ 9000 ਸਾਲ ਪਹਿਲਾਂ ਹੁਣ ਇਹਦਾ ਉੱਤਰ ਹੈ 8000 ਸਾਲ ਪਹਿਲਾਂ ਹੀ ਸਭ ਤੋਂ ਪਹਿਲਾਂ ਮਨੁੱਖ ਨੇ ਜਿਹੜੀਆਂ ਫਸਲਾਂ ਉਗਾਉਣੀਆਂ ਸ਼ੁਰੂ ਕੀਤੀਆਂ ਸੀ ਹੁਣ ਇਸ ਕਨਸੈਪਟ ਪਿੱਛੇ ਵੀ ਬਹੁਤ ਇੰਟਰਸਟਿੰਗ ਇੱਕ ਸਟੋਰੀ ਹੈ ਕਿ ਉਹਨੂੰ ਪਤਾ ਨਹੀਂ ਸੀਗਾ ਜਿਹੜਾ ਆਪਣਾ ਪੂਰਵਜ ਸੀ ਆਦਿ ਮਨੁੱਖ ਸੀਗੇ ਉਹਨੂੰ ਪਤਾ ਨਹੀਂ ਸੀ ਕਿ ਕਿਵੇਂ ਫਸਲਾਂ ਉਗਾਈਆਂ ਜਾਂਦੀਆਂ ਨੇ ਕਿਵੇਂ ਜਿਹੜੇ ਸੀਡਸ ਨੇ ਉਹਨਾਂ ਨੂੰ ਜ਼ਮੀਨ 'ਚ ਗੱਡ ਕੇ ਉਹਦੇ ਉੱਤੇ ਹਲਕਾ ਜਿਹਾ ਪਾਣੀ ਪਾਓ ਔਰ ਕਿਹੜਾ ਮੌਸਮ ਸਹੀ ਕਿਹੜੀ ਫਸਲ ਲਈ ਹੈ ਉਹ ਤੋਂ ਗਲਤੀ ਨਾਲ ਹੀ ਕੁਝ ਬੀਜ ਜ਼ਮੀਨ ਤੇ ਗਿਰ ਗਏ ਸੀਗੇ ਤੇ ਉੱਥੋਂ ਉਹਨੂੰ ਪਤਾ ਚੱਲ ਗਿਆ ਸੀਗਾ ਕਿ
ਇਹਨਾਂ ਜਿਹੜੇ ਬੀਜ ਨੇ ਜਿਹੜੇ ਇਹਨਾਂ ਨੂੰ ਜ਼ਮੀਨ 'ਚ ਗੱਡ ਕੇ ਆਪਾਂ ਖੇਤੀਬਾੜੀ ਵੀ ਕਰ ਸਕਦੇ ਹਾਂ। ਤਾਂ ਇਹਦਾ ਸਹੀ ਉੱਤਰ ਹੈ 8000 ਸਾਲ ਪਹਿਲਾਂ ਹੀ ਮਨੁੱਖ ਨੂੰ ਪਤਾ ਲੱਗਿਆ ਸੀ ਕਿ ਫਸਲਾਂ ਕਿਵੇਂ ਉਗਾਈਆਂ ਜਾਂਦੀਆਂ ਨੇ। Question number 4 है where was man when first began to grow crops। ਉਹ ਥਾਂ ਜਿਹੜੀ ਜਿੱਥੇ ਸਭ ਤੋਂ ਪਹਿਲਾਂ ਮਨੁੱਖ ਨੇ ਖੇਤੀਬਾੜੀ ਸ਼ੁਰੂ ਕੀਤੀ ਸੀ ਉਹ ਕਿਹੜੀ ਹੈ। ਆਪਸ਼ਨ A ਹੈ ਵਿੰਧਿਆ ਪਰਵਤਾਂ ਦੇ ਆਸ-ਪਾਸ, ਆਪਸ਼ਨ C ਹੈ ਗੰਗਾ ਨਦੀ ਦੇ ਆਸ-ਪਾਸ, ਆਪਸ਼ਨ D ਹੈ ਜਿਹੜਾ ਉਹ ਹੈ none of these ਤੇ ਆਪਸ਼ਨ C ਹੈ ਸੁਲੇਮਾਨ ਐਂਡ ਖੀਤਰ ਦੇ ਏਰੀਏ ਦੇ ਆਸ-ਪਾਸ। ਇਹਦਾ ਸਹੀ ਉੱਤਰ ਹੈ ਆਪਸ਼ਨ ਸੀ ਸੁਲੇਮਾਨ ਐਂਡ ਖੀਤਰ ਦਾ ਜਿਹੜਾ ਏਰੀਆ ਹੈ ਉਹਦੇ ਆਸ-ਪਾਸ ਹੀ ਮਨੁੱਖ ਨੇ ਸਭ ਤੋਂ ਪਹਿਲਾਂ ਖੇਤੀਬਾੜੀ ਸ਼ੁਰੂ ਕੀਤੀ ਸੀ ਕਰਨੀ। ਜਿਹੜੀਆਂ ਉਹਨੇ ਕ੍ਰੌਪਸ ਉਗਾਉਣੀਆਂ ਸ਼ੁਰੂ ਕੀਤੀਆਂ ਸੀ ਉਹ ਸੁਲੇਮਾਨ ਐਂਡ ਖੀਤਰ ਦਾ ਜਿਹੜਾ ਏਰੀਆ ਹੈ ਇੱਥੇ ਹੀ ਕੀਤੀ ਸੀ। ਭਾਵੇਂ ਇਹ ਉਹ ਤੋਂ ਐਕਸੀਡੈਂਟਲੀ ਹੋਈਆਂ ਸੀ ਪਰ ਸਭ ਤੋਂ ਪਹਿਲਾਂ ਆਪਾਂ ਨੂੰ ਇੱਥੇ ਹੀ ਮਿਲਦਾ ਹੈ, ਸਬੂਤ ਮਿਲਦੇ ਨੇ ਜਿਹੜੇ ਹਿਸਟੋਰੀਅਨਸ ਨੂੰ ਕਿ ਇੱਥੇ ਹੀ ਜਿਹੜੀਆਂ ਉਹਨੇ ਕ੍ਰੌਪਸ ਨੇ ਉਹ ਗਰੋ ਕੀਤੀਆਂ ਸੀ। ਹੁਣ ਤੁਸੀਂ ਮੈਪ ਵੱਲ ਦੇਖੋ, ਜਿਹੜਾ ਸੁਲੇਮਾਨ ਐਂਡ ਖੀਤਰ ਦਾ ਏਰੀਆ ਹੈ ਇਹ ਪਾਕਿਸਤਾਨ ਔਰ ਅਫਗਾਨਿਸਤਾਨ ਦੇ ਬਾਰਡਰ ਤੇ ਵੱਜਦਾ ਹੈ ਔਰ ਪਹਿਲਾਂ ਜਦੋਂ 1947 ਤੋਂ ਪਹਿਲਾਂ ਇਹ ਭਾਰਤ ਦਾ ਹੀ ਇੱਕ ਏਰੀਆ ਸੀਗਾ। ਇਹਨੂੰ ਆਪਾਂ ਵੈਸਟਰਨ ਪੰਜਾਬ ਦੇ ਨਾਮ ਤੋਂ ਜਾਣਦੇ ਸੀ। ਜਿਹੜਾ ਵੰਡ ਤੋਂ ਬਾਅਦ ਇਹ ਪਾਕਿਸਤਾਨ ਵੱਲ ਨੂੰ ਚਲਾ ਗਿਆ ਔਰ ਜਿਹੜਾ ਆਪਣੇ ਕੋਲੇ ਰਹਿ ਗਿਆ ਇਹਨੂੰ ਆਪਾਂ ਈਸਟਰਨ ਪੰਜਾਬ ਕਹਿੰਦੇ ਹਾਂ। ਅਗਲੇ ਕੁਐਸਚਨ ਵੱਲ ਚੱਲਦੇ ਹਾਂ। ਕੁਐਸਚਨ ਨੰਬਰ 5 ਹੈ what was first grown 8000 year ago। 8000 ਸਾਲ ਪਹਿਲਾਂ ਸਭ ਤੋਂ ਪਹਿਲੀ ਚੀਜ਼ ਜਿਹੜੀ ਆਪਾਂ ਨੇ ਸੁਲੇਮਾਨ ਐਂਡ ਖੀਤਰ ਦੇ ਏਰੀਏ 'ਚ ਉਗਾਈ ਸੀ ਉਹ ਕਿਹੜੀ ਸੀ। ਆਪਸ਼ਨ A ਹੈ ਰਾਈਸ ਯਾਨੀ ਕਿ ਚਾਵਲ, ਆਪਸ਼ਨ B ਹੈ ਬਾਰਲੇ ਯਾਨੀ ਕਿ ਜੌਂ, ਆਪਸ਼ਨ C ਹੈ ਵੀਟ ਯਾਨੀ ਕਿ ਕਣਕ ਤੇ ਆਪਸ਼ਨ D ਜਿਹੜਾ ਹੈ ਉਹਦਾ ਹੈ ਆਪਸ਼ਨ B ਤੇ C ਦੋਵੇਂ ਹੀ ਉੱਤਰ ਨੇ। ਹੁਣ ਜਿਹੜਾ ਸੁਲੇਮਾਨ ਐਂਡ ਖੀਤਰ ਦਾ ਏਰੀਆ ਸੀ ਜਿੱਥੇ ਸਭ ਤੋਂ ਪਹਿਲਾਂ ਫਸਲ ਉਗਾਈ ਗਈ ਸੀ ਐਕਸੀਡੈਂਟਲੀ ਹੀ ਕਹਿ ਲਓ, ਗਲਤੀ ਨਾਲ ਹੀ, ਉਹਦਾ ਉੱਤਰ ਹੈ ਆਪਸ਼ਨ B ਤੇ ਆਪਸ਼ਨ C ਦੋਨੋਂ, ਯਾਨੀ ਕਿ ਕਣਕ ਤੇ ਬਾਜਰਾ ਇਹੀ ਸਭ ਤੋਂ ਪਹਿਲਾਂ 8000 ਸਾਲ ਪਹਿਲਾਂ ਉਗਾਏ ਗਏ ਸੀ। ਅਗਲੇ ਕੁਐਸਚਨ ਵੱਲ ਚੱਲਦੇ ਹਾਂ। ਕੁਐਸਚਨ ਨੰਬਰ 6 ਹੈ ਐਗਰੀਕਲਚਰ ਵਾਸ ਡਿਵੈਲਪਡ ਅਰਾਊਂਡ। ਜਿਹੜੀ ਖੇਤੀਬਾੜੀ ਹੈ ਸਭ ਤੋਂ ਪਹਿਲਾਂ ਕਿੱਥੇ ਵਿਕਸਿਤ ਹੋਈ ਸੀ। ਜਦੋਂ ਮਨੁੱਖ ਨੂੰ ਪਤਾ ਚੱਲ ਗਿਆ ਸੀ, ਠੀਕ ਹੈ, ਕਿ ਖੇਤੀਬਾੜੀ ਕੀ ਹੁੰਦੀ ਹੈ। ਇਹ ਹੌਲੀ ਮਤਲਬ ਬਹੁਤ ਨਿਚਲੇ ਲੈਵਲ ਤੇ ਹੀ ਪਤਾ ਚੱਲਿਆ ਸੀ ਉਹਨੂੰ ਕਿ ਖੇਤੀਬਾੜੀ ਕਿਵੇਂ ਕਰਦੇ ਨੇ। ਛੋਟੇ ਛੋਟੇ ਸਕਿੱਲ ਤੇ ਸਕਿੱਲ ਨਾਲ ਹੀ ਉਹ ਕਰ ਰਿਹਾ ਸੀ। ਤੇ ਜਿਵੇਂ ਆਪਾਂ ਅੱਜ ਕੱਲ੍ਹ ਕਹਿੰਦੇ ਆ ਨਾ, ਬੜੇ ਮਾਡਰਨ ਮੈਨ ਕਹਿੰਦੇ ਨੇ ਕਿ ਅਸੀਂ ਕਿਚਨ ਗਾਰਡਨਿੰਗ ਕਰ ਰਹੇ ਹਾਂ, ਇੱਦਾਂ ਹੀ ਉਹ ਛੋਟਾ ਛੋਟਾ ਇਲਾਕੇ ਤੇ ਆਪਣੀ ਖੇਤੀਬਾੜੀ ਕਰ ਰਿਹਾ ਸੀ। ਉਹ ਕਿੱਥੇ ਸੀ ਸਭ ਤੋਂ ਪਹਿਲਾਂ ਜਦੋਂ ਉਹਨੂੰ ਐਗਰੀਕਲਚਰ ਦਾ ਪਤਾ ਚੱਲਿਆ ਸੀ। ਆਪਸ਼ਨ A ਹੈ ਵਿੰਧਿਆ ਐਂਡ ਗਾਰੋ ਹਿਲ ਦੇ ਆਸ-ਪਾਸ, ਆਪਸ਼ਨ B ਹੈ ਚੰਬਲ ਨਦੀ ਦੇ ਆਸ-ਪਾਸ, ਆਪਸ਼ਨ C ਹੈ ਗੋਦਾਵਰੀ ਨਦੀ ਦੇ ਆਸ-ਪਾਸ ਤੇ ਆਪਸ਼ਨ D ਹੈ ਮਹਾਨਦੀ ਦੇ ਆਸ-ਪਾਸ। ਤੇ ਇਹਦਾ ਸਹੀ ਉੱਤਰ ਹੈ ਵਿੰਧਿਆ ਐਂਡ ਗਾਰੋ ਹਿਲਸ ਦੇ ਆਸ-ਪਾਸ ਹੀ ਉਹਨੂੰ ਪਤਾ ਚੱਲਿਆ ਸੀਗਾ ਕਿ ਖੇਤੀਬਾੜੀ ਕੀ ਹੁੰਦੀ ਹੈ ਤੇ ਇੱਥੇ ਹੀ ਉਹਨੇ ਸਭ ਤੋਂ ਪਹਿਲਾਂ ਐਗਰੀਕਲਚਰ ਖੇਤੀਬਾੜੀ ਨੂੰ ਪ੍ਰੋਪਰਲੀ ਸ਼ੁਰੂ ਕੀਤਾ ਸੀਗਾ। ਹੁਣ ਮੈਪ ਵੱਲ ਚੱਲਦੇ ਹਾਂ। ਜਿਹੜੀਆਂ ਵਿੰਧਿਆ ਨਦੀ ਹੈ ਵਿੰਧਿਆ ਪਰਬਤ ਨੇ ਇਹ ਨਰਮਦਾ ਨਦੀ ਦੇ ਆਸ-ਪਾਸ ਹੀ ਨੇ, ਠੀਕ ਹੈ, ਔਰ ਇੱਥੇ ਹੀ ਸ਼ੁਰੂ ਹੋਈ ਸੀ ਸਭ ਤੋਂ ਪਹਿਲਾਂ ਖੇਤੀਬਾੜੀ ਸੈਂਟਰਲ ਇੰਡੀਆ 'ਚ। ਤੇ ਦੂਸਰਾ ਗਾਰੋ ਹਿਲਸ ਲਾ ਲਓ, ਇਹ ਜਿਹੜੀ ਹੈ ਇਹ ਨਾਰਥ ਈਸਟਰਨ ਇੰਡੀਆ ਦਾ ਪਾਰਟ ਹੈ। ਸੈਵਨ ਸਿਸਟਰ ਦਾ ਇੱਥੇ ਸ਼ੁਰੂ ਕੀਤੀ ਸੀ ਸਭ ਤੋਂ ਪਹਿਲਾਂ ਖੇਤੀਬਾੜੀ ਆਪਣੇ ਜਿਹੜੇ ਪੂਰਵਜ ਨੇ ਉਹਨਾਂ ਨੇ। ਹੁਣ ਤੁਸੀਂ ਇਹ ਦੋਨੋਂ ਜਿਹੜੇ ਪਰਬਤ ਨੇ ਇਹਨਾਂ ਦੇ ਕਾਮਨ ਫੀਚਰ ਜਿਹੜੇ ਤੁਸੀਂ ਲਗਾ ਲਓ ਕਿ ਖੇਤੀਬਾੜੀ ਅਗਰ ਜੇ ਆਪਾਂ ਸੋਚੀਏ ਕਿਉਂ ਇਹਨਾਂ ਇਲਾਕਿਆਂ 'ਚ ਸ਼ੁਰੂ ਕੀਤੀ ਸੀ ਸਭ ਤੋਂ ਪਹਿਲਾਂ, ਇੱਕ ਤਾਂ ਸਭ ਤੋਂ ਪਹਿਲਾਂ ਆਪਣੀ ਜਿਹੜੀ ਵਸੋਂ ਸੀ ਉਹ ਨਰਮਦਾ ਨਦੀ ਦੇ ਆਸ-ਪਾਸ ਸੀ, ਠੀਕ ਹੈ। ਉੱਥੇ ਦੇ ਇਲਾਕੇ ਦਾ ਆਪਣੇ ਪੂਰਵਜਾਂ ਨੂੰ ਥੋੜਾ ਪਤਾ ਸੀਗਾ ਕਿ ਕਿਵੇਂ ਹੈ, ਕਿਹੋ ਜਿਹਾ ਹੈ ਨਾ, ਕਿਹੋ ਜਿਹਾ ਦਾ ਵਾਤਾਵਰਨ ਹੈ, ਕਿਹੋ ਜਿਹਾ ਦਾ ਐਟਮੋਸਫੀਅਰ ਹੈ, ਕਲਾਈਮੇਟ ਕਿਹੋ ਜਿਹਾ। ਦੂਸਰਾ ਇਹ ਜਿਹੜੀ ਦੋਨੋਂ ਪਹਾੜੀਆਂ ਨੇ ਇਹਨਾਂ ਦੇ ਆਸ-ਪਾਸ ਨਦੀ ਵਹਿੰਦੀ ਹੈ, ਇੱਧਰ ਬ੍ਰਹਮਪੁੱਤਰਾ ਹੈ, ਇੱਧਰ ਨਰਮਦਾ ਹੈ, ਤਾਂ ਉਹਨੂੰ ਆਸਾਨੀ ਨਾਲ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਸੀਗੀਆਂ, ਧੁੱਪ, ਪਾਣੀ, ਹਨਾ, ਕਲਾਈਮੇਟ ਕੰਡੀਸ਼ਨ। ਤਾਂ ਉੱਥੇ ਇਹਨੇ ਖੇਤੀਬਾੜੀ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਸੀ। ਜਿਹੜੇ ਆਪਣੇ ਪੂਰਵਜ ਸੀ ਜਾਂ ਕਹਿ ਲਓ ਆਦਿ ਮਨੁੱਖ ਸੀ ਜਿਹੜਾ ਸਭ ਤੋਂ ਪਹਿਲਾਂ ਮਨੁੱਸ਼ ਸੀ, ਠੀਕ ਹੈ। ਅਗਲੇ ਕੁਐਸਚਨ ਵੱਲ ਚੱਲਦੇ ਹਾਂ। ਕੁਐਸਚਨ ਨੰਬਰ 7 ਹੈ ਰਾਈਸ ਵਾਸ ਫਸਟ ਗਰੋਨ ਅਰਾਊਂਡ। ਜਿਹੜੀ
ਚਾਵਲ ਨੇ ਉਹ ਸਭ ਤੋਂ ਪਹਿਲਾਂ ਕਿੱਥੇ ਗਰੋ ਕੀਤੇ ਸੀ? ਆਪਸ਼ਨ ਏ ਹੈ ਨਾਰਥ ਆਫ ਵਿੰਧਿਆ ਦਾ ਉੱਤਰੀ ਭਾਗ ਜਿਹੜੇ ਵਿੰਧਿਆ ਦੇ ਪਹਾੜ ਨੇ। ਆਪਸ਼ਨ ਬੀ ਹੈ ਰਿਵਰ ਸੋਨ ਜਿਹੜੀ ਵਨ ਆਫ ਦਾ ਮੇਜਰ ਟ੍ਰਿਬਿਊਟਰੀ ਹੈ ਰਿਵਰ ਗੰਗਾ ਦੀ, ਠੀਕ ਹੈ। ਆਪਸ਼ਨ ਸੀ ਹੈ ਸਾਊਥ ਆਫ ਗੰਗਾ ਦਾ ਦੱਖਣੀ ਭਾਗ। ਹੁਣ ਜਿਹੜਾ ਇਹਦਾ ਸਹੀ ਉੱਤਰ ਹੈ, ਜਿਹੜੀ ਚਾਵਲਾਂ ਦੀ ਖੇਤੀ ਪ੍ਰੋਪਰਲੀ ਜਿਹੜੀ ਸ਼ੁਰੂ ਹੋਈ ਸੀ ਸਭ ਤੋਂ ਪਹਿਲਾਂ ਨਾਰਥ ਆਫ ਵਿੰਧਿਆ ਦੇ ਆਸ-ਪਾਸ ਦੇ ਇਲਾਕੇ 'ਚ ਹੋਈ ਸੀ। ਜਿਹੜੇ ਵਿੰਧਿਆਸ ਨੇ ਇਹਨਾਂ ਦੇ ਨਾਰਥ ਦੇ ਪਾਰਟ ਦੇ ਆਸ-ਪਾਸ, ਜਿਵੇਂ ਆਪਾਂ ਅਗਰ ਉਰੇ ਕਾਰਡੀਨਲ ਪੁਆਇੰਟਸ ਬਣਾਈਏ, ਜੀਓਗ੍ਰਾਫੀ ਦਾ ਪਾਰਟ ਹੈ ਇਹ, ਕਾਰਡੀਨਲ ਪੁਆਇੰਟਸ ਫਿਰ ਮੈਂ ਤੁਹਾਨੂੰ ਜੀਓਗ੍ਰਾਫੀ 'ਚ ਕਰਾਉਂਗੀ। ਤੇ ਵਿੰਧਿਆ ਦਾ ਜਿਹੜਾ ਨਾਰਥ ਹੋਇਆ ਉਹ ਆਹ ਵਾਲਾ ਪਾਸਾ ਹੋਇਆ, ਠੀਕ ਹੈ। ਇੱਥੇ ਹੀ ਚਾਵਲਾਂ ਦੀ ਖੇਤੀ ਸਭ ਤੋਂ ਪਹਿਲਾਂ ਹੋਈ ਸੀ। ਔਰ ਜਿਹੜੇ ਵਿੰਧਿਆ ਪਰਬਤ ਨੇ ਇਹ ਆਪਣੇ ਇੰਡੀਆ ਦੇ ਵਨ ਆਫ ਦਾ ਮੇਜਰ ਮਾਊਂਟੇਨ ਰੇਂਜ ਹੈ, ਪਰਬਤਾਂ ਦਾ ਜਿਹੜਾ ਚੇਨ ਹੈ ਸਭ ਤੋਂ ਵਨ ਆਫ ਦਾ ਮੇਜਰ ਹੈ। ਔਰ ਜਿਹੜੇ ਇਹ ਵਿੰਧਿਆਸ ਨੇ ਇਹ ਬਲੌਕ ਮਾਊਂਟੇਨਸ ਨੇ ਇੰਡੀਆ ਦੀ, ਜਿਹੜੀਆਂ ਫਾਰਮਸ ਆਫ ਮਾਊਂਟੇਨ ਨੇ ਡਿਫਰੈਂਟ, ਉਹਨਾਂ ਚੋਂ ਇਹ ਬਲੌਕ ਮਾਊਂਟੇਨਸ ਨੇ। ਆਪਾਂ ਜੀਓਗ੍ਰਾਫੀ 'ਚ ਅੱਛੀ ਤਰ੍ਹਾਂ ਐਕਸਪਲੇਨ ਕਰੂੰਗੀ ਮੈਂ ਤੁਹਾਨੂੰ। ਔਰ ਇੱਥੇ ਹੀ ਸਭ ਤੋਂ ਪਹਿਲਾਂ ਰਾਈਸ ਦੀ ਖੇਤੀਬਾੜੀ ਸ਼ੁਰੂ ਕੀਤੀ ਸੀ ਆਪਣੇ ਪੂਰਵਜਾਂ ਨੇ। ਅਗਲੇ ਕੁਐਸਚਨ ਵੱਲ ਚਲਦੇ ਹਾਂ। ਅਗਲਾ ਕੁਐਸਚਨ ਹੈ 4700 year ago cities were flourish on the bank of which river? 4700 ਸਾਲ ਪਹਿਲਾਂ ਕਿਸ ਨਦੀ ਦੇ ਕੰਢੇ ਤੇ ਸਭਿਅਤਾ ਦਾ ਵਿਕਾਸ ਹੋਇਆ ਸੀ? ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ। ऑप्शन ए है रावी नदी के आसपास, ऑप्शन बी है इंडस यानी कि सिंधु नदी के आसपास, ऑप्शन सी है नर्मदा नदी के आसपास, ऑप्शन डी है कृष्णा नदी के आसपास। जिवें कि तुसी देख सकते हो ਇਹਦਾ उत्तर है ऑप्शन बी इंडस रिवर या कह लो सिंधु नदी के आसपास ही सब तो पहला ਜਿਹੜੀਆਂ ਸਿਟੀਜ਼ ਨੇ ਜਾਂ ਕਹ ਲੋ ਸਭਿਅਤਾ ਨੇ ਉਹ ਫਲੋਰਿਸ਼ ਕਰਨ ਲੱਗੀਆਂ ਸੀ। ਜਿਹੜੀ ਇਹ ਇੰਡਸ ਰਿਵਰ ਹੈ ਹੁਣ ਇਹ ਪਾਕਿਸਤਾਨ ਚ ਹੈ ਔਰ ਇਹ ਉਹੀ ਰਿਵਰ ਹੈ ਜਿੱਤੋਂ 5 ਨਦੀਆਂ ਨਿਕਲਦੀਆਂ ਨੇ, ਜਿਨ੍ਹਾਂ ਦੇ ਕਾਰਨ ਪੰਜਾਬ ਦਾ ਨਾਮ ਪਿਆ ਹੈ ਪੰਜਾਬ। ਇਹ ਜਿਹੜੀਆਂ ਇੰਡਸ ਹੈ ਇਹਦੀ ਟ੍ਰਿਬਿਊਟਰੀਜ਼ ਨੇ ਜੇਹਲਮ, ਚਿਨਾਬ, ਰਾਵੀ, ਸਤਲੁਜ ਤੇ ਵਿਆਸ, ਠੀਕ ਹੈ। ਇਹੀ ਉਹ ਫੇਮਸ ਇੰਡਸ ਰਿਵਰ ਹੈ ਜਿਹੜੀ ਹੁਣ ਪਾਕਿਸਤਾਨ ਚ ਹੈ। ਇਹਦੇ ਆਸ-ਪਾਸ ਹੀ ਸਭ ਤੋਂ ਪਹਿਲਾਂ ਸਿੰਧੂ ਨਦੀ ਦੀ ਘਾਟੀ ਦੀ ਸਭਿਅਤਾ, ਜਿਹੜੀ ਪੂਰੀ ਹਿਸਟਰੀ 'ਚ ਸਭ ਤੋਂ ਕਹਿ ਲਓ ਡਿਵੈਲਪਡ ਮਾਡਰਨਾਈਜ਼ਡ ਸਭਿਅਤਾ ਸੀ ਮੈਸੋਪੋਟਾਮੀਆ ਦੀ ਸਭਿਅਤਾ ਤੋਂ ਬਾਅਦ, ਉਹ ਸ਼ੁਰੂ ਹੋਈ ਸੀ। ਯਾਦ ਰੱਖਿਓ ਇਹਦਾ ਆਨਸਰ। ਅਗਲੇ ਕੁਐਸਚਨ ਵੱਲ ਚੱਲਦੇ ਹਾਂ। ਅਗਲਾ ਕੁਐਸਚਨ ਹੈ 2500 ਸਾਲ ਪਹਿਲਾਂ ਕਿਸ ਨਦੀ ਦੇ ਕੰਢੇ ਦੇ ਉੱਤੇ ਮਗਧ ਦਾ ਵਿਕਾਸ ਹੋਇਆ ਸੀ? ਹੁਣ ਦੇਖੋ ਜਿਹੜਾ ਮਗਧ ਸੀਗਾ ਇਹ ਹਿੰਦੁਸਤਾਨ ਦਾ ਜਿਹੜਾ ਇਤਿਹਾਸ ਹੈ ਉਸ 'ਚ ਸਭ ਤੋਂ ਪਹਿਲੀ ਵਿਸ਼ਾਲ ਪਾਵਰਫੁਲ ਤਾਕਤਵਰ ਕਿੰਗਡਮ ਸੀਗੀ, ਠੀਕ ਹੈ। ਜਿਹੜਾ ਮਗਧ ਦਾ ਰਾਜਾ ਸੀ ਚੰਦਰਗੁਪਤ ਮੌर्य, ਉਹਨੇ ਆਪਣੇ ਗੁਰੂ ਸ਼੍ਰੀ ਕੌਟਲਿਆ ਕਹਿ ਲਓ, ਚਾਣक्य ਕਹਿ ਲਓ, ਉਹਨਾਂ ਦੀ ਨਿਗਰਾਨੀ 'ਚ ਹੀ ਗ੍ਰੀਕਸ ਔਰ ਜਿਹੜੇ ਆਪਣੇ ਕਹਿ ਲਓ ਪੁਰਤਗੀਜ਼ ਸੀਗੇ ਉਹਨਾਂ ਨੂੰ ਬਾਹਰ ਖਡੇਲਿਆ ਸੀਗਾ ਆਪਣੇ ਭਾਰਤ ਤੋਂ। ਔਰ ਇਹ ਸਭ ਤੋਂ ਵੱਡਾ ਕਿੰਗਡਮ ਹੈ। ਇਹ ਤੋਂ ਬਾਅਦ ਹੀ ਬਾਕੀ ਜਿਹੜੇ ਹੋਰ ਕਿੰਗਡਮ ਆਏ। ਇਹਨੇ ਹੀ ਸਾਰੇ ਭਾਰਤ ਨੂੰ ਸਾਰੇ ਜਿਹੜੇ ਸਟੇਟ ਸੀਗੇ ਇਹਨੂੰ ਇੱਕ ਭਾਰਤ ਬਣਾਇਆ, ਭਾਰਤ ਵੰਸ਼ ਦਾ ਨਿਰਮਾਣ ਕੀਤਾ। ਤੇ ਜਿਹੜਾ ਇਹ ਮਗਧ ਹੈ ਕੁਐਸਚਨ 'ਚ ਇਹ ਪੁੱਛਿਆ ਗਿਆ ਕਿ ਜਿਹੜਾ ਇਹ ਮਗਧ ਹੈ ਕਿਸ ਨਦੀ ਦੇ ਕੰਢੇ ਦੇ ਉੱਤੇ ਵਸਿਆ ਸੀਗਾ, ਠੀਕ ਹੈ। ऑप्शन ए है सिंधु नदी के कंढे ते बसिया होया सी यानी कि इंडस रिवर के आसपास, ऑप्शन बी है गंगा नदी के आसपास, ऑप्शन सी है कावेरी नदी के आसपास ते ऑप्शन डी है इन्हां विचों कोई नहीं, नन ऑफ दीज। हुण देखो मैप वल देखो ते गंगा नदी जिहड़ी है वो इधर अपना कह लो यूपी वाली साइड ते है, ठीक है। और ਇਹਦੇ नदी के आसपास ही मगध जिहड़ा शहर है किंगडम है ਇਹਦਾ साम्राज्य वसिया सीगा। और इस क्वेश्चन का आंसर है बी गंगा, ठीक है। और प्रेजेंटली ਜਿਹੜਾ ਇਹ मगध शहर है ਆਪਾਂ बिहार स्टेट है ਜਿਹੜੀ इंडिया ਦੀ ਉਸ ਇਲਾਕੇ 'ਚ ਵਸਿਆ ਹੋਇਆ ਸੀ ਤੇ ਹੁਣ ਅੱਜਕੱਲ ਆਪਾਂ ਇਹਨੂੰ ਬਿਹਾਰ ਡੋਨੇਟ ਕਰਦੇ ਹਾਂ, मतलब बिहार
बुलांदे हैं जिहड़ी स्टेट है मगध दी। चलो अगे चलते हैं। अगला क्वेश्चन है इन ऋग्वेदा व्हाट वाज इंडिया कॉल्ड। ऋग्वेद च भारत नूं की कहा गया। हुण अपने जिहड़े 4 वेद ने उन्हां चों एक जिहड़ा बहुत इंपॉर्टेंट ओल्डेस्ट वेद है वो ऋग्वेद है। उस च भारत नूं की कहा है। ऑप्शन ए है हिंदोज, ऑप्शन बी है भारता, ऑप्शन सी है इंडोज ते ऑप्शन डी है सिंधु। ਇਹਦਾ सही उत्तर है बी भारता। ऋग्वेद च जिहड़ा इंडिया नूं भारता कहा गया है। ਹੁਣ ਜਿਹੜੇ ਹਿੰਡੋਜ਼ ਸਿੰਧੂ ਔਰ ਇੰਡੋਜ਼ ਹੈ ਇਹ ਸਾਰੇ ਹੋਰ ਧਰਮ ਦੇ ਜਿਹੜੇ ਲੋਕ ਆਏ ਸੀ ਜਿਵੇਂ ਗ੍ਰੀਕਸ ਆਏ ਸੀ ਉਹਨਾਂ ਨੇ ਇੰਡੋਜ਼ ਬੋਲਿਆ ਸੀ। ਸਿੰਧੂ ਨਦੀ ਦੀ ਘਾਟੀ ਦੇ ਕਾਰਨ ਆਪਾਂ ਨੂੰ ਸਿੰਧੂਜ਼ ਵੀ ਬੋਲਦੇ ਸੀ। ਚਲੋ ਅਗਲਾ ਕੁਐਸਚਨ ਦੇਖਦੇ ਹਾਂ। ਅਗਲਾ ਕੁਐਸਚਨ ਹੈ ਬੁੱਕਸ ਦੈਟ ਵਰ ਹੈਂਡ ਰਿਟਨ ਲੌਂਗ ਐਗੋ ਆਰ ਕਾਲਡ। ਕਿਤਾਬਾਂ ਜੋ ਸਭ ਤੋਂ ਪਹਿਲਾਂ ਲਿਖੀਆਂ ਗਈਆਂ ਸੀ ਹੱਥਾਂ ਨਾਲ ਉਹਨਾਂ ਨੂੰ ਕੀ ਕਿਹਾ ਗਿਆ ਹੈ। ਆਪਸ਼ਨ ਏ ਹੈ ਮਨੂਸਕ੍ਰਿਪਟਸ यानी कि हस्त लिखता। ऑप्शन बी है वैसे पंजाबी च भी इन्हां नूं मਨੂਸਕ੍ਰਿਪਟਸ ही बोलते हैं ठीक है। ऑप्शन बी है बायोग्राफीज यानी कि जीवनियां। ऑप्शन सी है इंस्क्रिप्शंस यानी कि शिलालेख ते ऑप्शन डी है नॉवेल्स। हुण इहदा सही उत्तर है ऑप्शन ए मਨੂਸਕ੍ਰਿਪਟਸ ही वो बुक्स ने ਜਿਹੜੀਆਂ बहुत साल पहला हत्थां राहीं लिखियां गईयां सी। हुण ਇਸ ਦਾ ਉੱਤਰ ਜਿਹੜਾ ਹੈ ਉਹ ਇਹਦੇ ਆਪਸ਼ਨ 'ਚ ਹੀ ਹੈ। ਮਨੂ ਦਾ ਮਤਲਬ ਹੁੰਦਾ ਹੈ ਅਗਰ ਆਪਾਂ ਅੱਛੀ ਤਰ੍ਹਾਂ ਪੜ੍ਹੀਏ ਮਨੂ ਦਾ ਮਤਲਬ ਹੁੰਦਾ ਹੈ ਹੱਥ ਔਰ ਸਕ੍ਰਿਪਟਸ ਦਾ ਮਤਲਬ ਹੁੰਦਾ ਹੈ ਲਿਖਤਾਂ। ਤਾਂ ਹਸਤ ਲਿਖਤਾਂ ਹੀ ਬੋਲਦੇ ਸੀਗੇ ਬੁੱਕਸ ਨੂੰ ਜਿਹੜੀਆਂ ਹੱਥਾਂ ਤੇ ਲਿਖੀਆਂ ਹੱਥਾਂ ਦੁਆਰਾ ਲਿਖੀਆਂ ਗਈਆਂ ਸੀਗੀਆਂ। ਮਤਲਬ ਉਦੋਂ ਕੋਈ ਟੈਕਨੋਲੋਜੀ ਤਾਂ ਸੀ ਨਹੀਂ ਪ੍ਰਿੰਟਿੰਗ ਦੀ ਜਾਂ ਟਾਈਪਿੰਗ ਦੀ ਤਾਂ ਹੱਥ ਨਾਲ ਹੀ ਲਿਖਦੇ ਸੀ। ਤਾਂ ਜਿਹੜੀਆਂ ਬਹੁਤ ਸਾਲ ਪਹਿਲਾਂ ਲਿਖੀਆਂ ਗਈਆਂ ਉਹਨਾਂ ਨੂੰ ਆਪਾਂ ਬੁੱਕਸ ਨੂੰ ਮਨੂਸਕ੍ਰਿਪਟਸ ਕਹਿੰਦੇ ਆ। लैंग्वेज यूज्ड बाय ऑर्डिनरी पीपल। अगला क्वेश्चन है क्वेश्चन नंबर 13 आम लोगों द्वारा वरती जाने वाली भाषा केड़ी सी। ठीक है जिहड़ियां अपनी भाषा का प्रयोग करते सीगे पहला उन्हां बारे दसना है। आम लोग केड़ी भाषा का प्रयोग करते सीगे। ऑप्शन ए है संस्कृत, ऑप्शन बी है हिंदी, ऑप्शन सी है प्राकृत लैंग्वेज, ऑप्शन डी है तमिल लैंग्वेज। तो इसका सही उत्तर है प्राकृत लैंग्वेज। ਇਹ ਮੌਰੀਅਨ ਸੀ ਜਿਹੜੇ ਅਸ਼ੋਕਾ ਉਹਨਾਂ ਦੇ ਟਾਈਮ ਤੇ ਬਹੁਤ ਜ਼ਿਆਦਾ ਵਰਤੀ ਗਈ ਸੀ ਔਰ ਉਹ ਆਪਣੀ ਜਿਹੜੀਆਂ ਇਨਸਕ੍ਰਿਪਸ਼ਨ ਸੀਗੀਆਂ ਜਿਹੜੀਆਂ ਆਪਣੇ ਬਾਰੇ ਉਹ ਦੱਸਦੇ ਹੁੰਦੇ ਸੀਗੇ ਰਾਜੇ ਵਗੈਰਾ ਕਿ ਕਿਆ ਉਹਨਾਂ ਨੇ ਅਚੀਵ ਕੀਤਾ ਕਿਵੇਂ ਲੜਾਈਆਂ ਲੜੀਆਂ ਉਹ ਸਾਰੀਆਂ ਪ੍ਰਾਕ੍ਰਿਤ ਲੈਂਗੁਏਜ 'ਚ ਹੀ ਉਹ ਜ਼ਿਆਦਾਤਰ ਲਿਖਦੇ ਸੀ ਤਾਂ ਕਿ ਆਮ ਲੋਕਾਂ ਦੇ ਵਿੱਚ ਉਹਨਾਂ ਦੀ ਬਹਾਦਰੀ ਦੇ ਕਿੱਸੇ ਜ਼ਿਆਦਾ ਤੋਂ ਜ਼ਿਆਦਾ ਫੈਲਣ। ਜਨਰਲੀ ਬੱਚੇ ਦਾ ਆਨਸਰ ਸੰਸਕ੍ਰਿਤ ਲੈਂਗੁਏਜ ਲਾ ਕੇ ਆਉਂਦੇ ਨੇ ਤਾਂ ਇਹ ਗਲਤ ਹੈ। ऑप्शन सी प्राकृत लैंग्वेज कॉमन पीपल ਉਹ यूज ਕਰਦੇ ਸੀ। ਸੰਸਕ੍ਰਿਤ ਲੈਂਗੁਏਜ ਜਿਹੜੇ ਸੀਗੇ ਉਦੋਂ ਬ੍ਰਾਹਮਣਵਾਦ ਸੀਗਾ ਕੁਝ ਲੋਕ ਜਿਹੜੇ ਵਿਦਵਾਨ ਸੀ ਉਹ ਵਰਤਦੇ ਸੀ ਇਹ ਲੈਂਗੁਏਜ। ਠੀਕ ਹੈ ऑप्शन बी हिंदी ਉਦੋਂ ਆਈ ਹੀ ਨਹੀਂ ਸੀ। ऑप्शन डी है तमिल लैंग्वेज ਇਹ ਵੀ ਸਾਊਥ ਇੰਡੀਅਨ ਲਿਟਰੇਚਰ ਵਿੱਚ ਵਰਤੀ ਗਈ ਹੈ ਉੱਥੇ ਦੇ ਹੀ ਜਿਹੜੇ ਵਿਦਵਾਨ ਸੀ ਉਹ ਇਹ ਲੈਂਗੁਏਜ यूज ਕਰਦੇ ਸੀ। ऑर्डिनरी पीपल मतलब आम लोग क्वेश्चन आए तो आंसर प्राकृत लैंग्वेज है। क्वेश्चन नंबर 12 है manuscripts were written on the ऑप्शन ए है पीपल लीफ, ऑप्शन बी है किकर लीफ, ऑप्शन सी है बनाना लीफ या ऑप्शन डी है पाम लीफ। तो ਇਹਦਾ ਆਨਸਰ ਹੈ ਪਾਮ ਲੀਫ। ਇਹਨਾਂ ਤੇ ਹੀ ਜਿਹੜੀਆਂ ਮੈਨੂਸਕ੍ਰਿਪਟਸ ਸੀ ਯਾਨੀ ਕਿ ਹਸਤ ਲਿਖਤਾਂ ਉਹਨਾਂ ਨੂੰ ਲਿਖਿਆ ਗਿਆ ਸੀ। ਇਹ ਕੁਝ ਇਸ ਤਰੀਕੇ ਦੇ ਹੁੰਦੇ ਸੀਗੇ ਪਾਮ ਲੀਵਸ ਜਿਹੜੇ ਵਰਤੇ ਗਏ ਨੇ ਫਰੋਮ एशिएंट इंडिया टू 19th सेंचुरी तक। चलो अगले क्वेश्चन वाल चलते हैं। क्वेश्चन नंबर 15 है इन विच लैंग्वेज एपिक पोइम्स प्लेस वर रिटन। भाषा किहड़ी भाषा वरती गई सी महाकाव्य लिखण नूं कवितावां लिखण नूं या लेख लिखण नूं नाटक लिखण नूं। ठीक है ऑप्शन ए है हिंदी, ऑप्शन बी है प्राकृत लैंग्वेज, ऑप्शन सी है तमिल लैंग्वेज। तेरा आंसर है नन ऑफ दीज। इन्हां तीनों लैंग्वेजां दी ही वरतों की गई सी जिन्ने भी एपिक्स ने या कह लो पोइम्स ने प्लेज ने महाकाव्य ने कवितावां नाटक लिखण लई अपने एशिएंट इंडिया च। क्वेश्चन नंबर 16 है इंस्क्रिप्शंस वर रिटन ऑन। ਜਿਹੜੇ शिलालेख ਸੀ ਇਹਨਾਂ ਨੂੰ किस चीज ਦੇ ਉੱਤੇ ਲਿਖਿਆ ਗਿਆ ਸੀਗਾ। ऑप्शन ए है हार्ड सरफेसिस ਦੇ ਉੱਪਰ यानी कि मैटल्स कह लो स्टोन्स कह लो, ऑप्शन बी है पेपर के ऊपर, ऑप्शन सी है बार्क ऑफ द ट्री,
ਆਪਸ਼ਨ ਡੀ ਹੈ ਨਨ ਆਫ ਥੀਸ, ਯਾਨੀ ਕਿ ਇਹਨਾਂ ਵਿੱਚੋਂ ਕੋਈ ਨਹੀਂ। ਬਾਰਕ ਆਫ ਦ ਟਰੀਜ਼ ਕਹਿ ਲਓ, ਖਲ ਹੁੰਦੀ ਹੈ ਨਾ ਜਿਹੜੀ ਪੇੜ ਦੀ, ਉਹਨੂੰ ਕੁੱਟ-ਕੁੱਟ ਕੇ ਜਦੋਂ ਆਪਾਂ ਫਲੈਟ ਕਰ ਲੈਂਦੇ ਆ, ਜਾਂ ਮਤਲਬ ਉਹਨਾਂ ਦੇ ਉੱਤੇ ਲਿਖੇ ਗਏ ਸੀ। ਤਾਂ ਇਹਦਾ ਆਨਸਰ ਹੈ ਆਪਸ਼ਨ ਏ ਹਾਰਡ ਸਰਫੇਸਿਸ, ਮੈਟਲ ਔਰ ਸਟੋਨਸ। ਇਨਸਕ੍ਰਿਪਸ਼ਨਸ ਇਹਨਾਂ ਉੱਤੇ ਲਿਖੀਆਂ ਗਈਆਂ ਸੀ, ਕੁਝ ਇਸ ਤਰੀਕੇ ਦੇ ਹੁੰਦੀਆਂ ਨੇ। ਇਨਸਕ੍ਰਿਪਸ਼ਨਸ ਕਿਆ ਹੁੰਦੀਆਂ ਨੇ, ਬੇਸਿਕਲੀ ਜਿਵੇਂ ਕੋਈ ਮੈਟਲ ਲੈ ਲਓ ਹਨਾ, ਉਹਦੇ ਉੱਤੇ ਤਿੱਖੇ ਔਜ਼ਾਰ ਨਾਲ ਐਂ ਕੱਟ-ਕੱਟ ਕੇ ਲਿਖਦੇ ਸੀਗੇ, ਸ਼ੇਪਸ ਬਣਾਉਂਦੇ ਸੀਗੇ, ਜਿਵੇਂ ਐਂ ਲਿਖਤਾ, ਕੁਛ ਐਂ ਬਣਾਤਾ ਹਨਾ। ਇਹ ਉਹਨਾਂ ਦੀ ਉਸ ਟਾਈਮ ਦੀ ਲੈਂਗੁਏਜ ਸੀਗੀ, ਯੂਜ਼ ਕਰਦੇ ਸੀ। ਜਿਹੜੀ ਹੜੱਪਨ ਸਿਵਲਾਈਜੇਸ਼ਨ ਹੈ, ਜਿਹਦੀ ਹਜੇ ਤੱਕ ਆਪਣੀ ਜਿਹੜੀ ਇਨਸਕ੍ਰਿਪਸ਼ਨਸ ਨੇ ਉਹਨਾਂ ਨੂੰ ਡੀਕੋਡ ਨਹੀਂ ਕਰ ਪਾਏ ਜਿਹੜੇ ਆਪਣੇ ਹਿਸਟੋਰੀਅਨਸ ਨੇ, ਆਰਕੀਓਲੋਜਿਸਟ ਨੇ, ਉਹ ਸਾਰੀਆਂ ਇਨਸਕ੍ਰਿਪਸ਼ਨਸ ਹੀ ਸੀਗੀਆਂ। ਕਿਸ ਤੇ ਲਿਖੀਆਂ ਜਾਂਦੀਆਂ ਸੀ? ਹਾਰਡ ਸਰਫੇਸਿਸ ਤੇ। ਠੀਕ ਹੈ, ਅਗਲਾ ਕੁਐਸਚਨ ਦੇਖਦੇ ਹਾਂ। ਚਲੋ ਕੁਐਸਚਨ ਇੰਨੇ ਹੀ ਨੇ। ਹੁਣ ਇਹ ਲਾਸਟ ਕੁਝ ਫੈਕਟ ਨੇ ਜੋ ਹਿਸਟਰੀ 'ਚ ਜਾਣਨੇ ਬਹੁਤ ਜ਼ਰੂਰੀ ਨੇ। ਜਿਹੜਾ ਫਸਟ ਫੈਕਟ ਹੈ ਉਹ BC ਹੈ, BCE, ਜਿਹਨੂੰ ਆਪਾਂ ਬਿਫੋਰ ਕ੍ਰਾਈਸਟ ਬੋਲਦੇ ਹਾਂ। ਹੁਣ ਇਹ ਕਿਆ ਚੀਜ਼ ਹੈ, ਜਿਵੇਂ ਜਿਹੜੇ ਕ੍ਰਿਸਚੈਨਿਟੀ ਹੈ, ਉਹਨਾਂ ਦੇ ਜਿਹੜੇ ਲਾਰਡ ਸੀਗੇ ਜੀਸਸ ਕ੍ਰਾਈਸਟ, ਉਹਨਾਂ ਦਾ ਜਨਮ ਅਗਰ X ਈਅਰ 'ਚ ਹੋਇਆ ਹੈ, ਉਸ ਤੋਂ ਪਹਿਲੇ ਜਿੰਨੇ ਵੀ ਹਿਸਟਰੀ ਦੇ ਇਵੈਂਟ ਹੋਏ ਹੈ ਉਹਨੂੰ ਆਪਾਂ ਬਿਫੋਰ ਕ੍ਰਾਈਸਟ ਦੇ ਨਾਮ ਤੋਂ ਡੋਨੇਟ ਕਰਕੇ ਪੜਾਂਗੇ, ਔਰ ਉਹਨਾਂ ਦੀ ਡੈਥ ਤੋਂ ਬਾਅਦ ਜਿੰਨੇ ਇਵੈਂਟ ਹੋਏ ਨੇ ਉਹਨੂੰ ਆਪਾਂ AD ਯਾਨੀ ਕਿ ਐਨੋ ਡੋਮਾਨੀ ਦੇ ਨਾਮ ਨਾਲ ਪੜਾਂਗੇ। BC ਦੀ ਜਗ੍ਹਾ BCE ਵੀ ਯੂਜ਼ ਕਰਦੇ ਨੇ। CE ਜਿਹੜਾ ਹੈ ਉਰੇ ਔਰ ਉਰੇ ਦੋਨੋਂ ਜਗ੍ਹਾ ਡੋਨੇਟ ਹੋ ਰਿਹਾ, ਇਹਨੂੰ ਆਪਾਂ ਕਾਮਨ ਈਰਾ ਵੀ ਬੋਲਦੇ ਹਾਂ। ਸੋ ਨੈਕਸਟ ਫੈਕਟ ਹੈ ਇਨਸਕ੍ਰਿਪਸ਼ਨ ਯੂਜ਼ ਬੋਥ ਲੈਂਗੁਏजेस ਐਂਡ ਸਕ੍ਰਿਪਟ। ਇਹ ਕੁਐਸਚਨ ਵੀ ਕਈ ਵਾਰ ਆ ਜਾਂਦਾ ਕਿ ਇਨਸਕ੍ਰਿਪਸ਼ਨ 'ਚ ਕਿਆ ਯੂਜ਼ ਕੀਤਾ ਜਾਂਦਾ ਹੈ। ਲੈਂਗੁਏਜ ਤਾਂ ਜਿਵੇਂ ਆਪਾਂ ਨਾਰਮਲੀ ਹੁਣ ਬੋਲ ਰਹੇ ਹਾਂ ਨਾ, ਪ੍ਰਾਕ੍ਰਿਤ ਲੈਂਗੁਏਜ ਜਾਂ ਕਹਿ ਲਓ ਤਮਿਲ ਲੈਂਗੁਏਜ ਹੈ ਨਾ, ਸੰਸਕ੍ਰਿਤ ਲੈਂਗੁਏਜ, ਉਹਨਾਂ ਨੂੰ ਵੀ ਕੱਟ-ਕੱਟ ਕੇ ਉਹ ਮੈਟਲਸ ਦੇ ਉੱਪਰ ਜਾਂ ਸਟੋਨਸ ਦੇ ਉੱਪਰ ਲਿਖ ਦਿੰਦੇ ਸੀ ਜਿਹੜੇ ਆਪਣੇ ਉਸ ਟਾਈਮ ਦੇ ਵਿਦਵਾਨ ਸੀ ਜਾਂ ਜਿਹੜੇ ਲੋਕੀ ਲਿਖਦੇ ਸੀਗੇ ਉਦੋਂ। ਤਾਂ ਸਕ੍ਰਿਪਟਸ ਕਿਆ ਹੁੰਦੀਆਂ ਨੇ? ਉਹੀ ਜਿਹੜਾ ਮੈਂ ਤੁਹਾਨੂੰ ਲਾਸਟ ਕੁਐਸਚਨ 'ਚ ਦੱਸਿਆ ਕਿ ਸਕ੍ਰਿਪਟਸ ਹੁੰਦੀਆਂ ਨੇ ਐਂ ਕਰਕੇ ਫਿਗਰਸ ਬਣਾ ਦੇਣਾ, ਪਿਕਚਰਸ ਬਣਾ ਦੇਣਾ, ਜਿਹੜੀਆਂ ਆਪਾਂ ਤੋਂ ਡੀਕੋਡ ਨਹੀਂ ਕੀਤੀਆਂ ਗਈਆਂ ਹਜੇ ਤੱਕ। ਕਾਫੀ ਸਾਰੀ ਸਿਵਲਾਈਜੇਸ਼ਨ ਦੀਆਂ ਹਜੇ ਤੱਕ ਡੀਕੋਡਡ ਨਹੀਂ ਹੈਗੀਆਂ। ਹੜੱਪਨ ਸਿਵਲਾਈਜੇਸ਼ਨ ਦੀ ਉਹਨਾਂ ਚੋਂ ਇੱਕ ਹੈ। ਤੇ ਅੱਜ ਦਾ ਜਿਹੜਾ ਟੌਪਿਕ ਹੈ ਮੈਂ ਉਰੇ ਕਵਰ ਕਰਦੀ ਹਾਂ, ਖਤਮ ਕਰਦੀ ਹਾਂ। ਇਹ ਬੇਸ ਕਲੀਅਰ ਕਰਨ ਲਈ ਬਹੁਤ ਜ਼ਰੂਰੀ ਸੀਗਾ ਅਗਲੇ ਚੈਪਟਰਸ ਨੂੰ ਬਿਲਡ ਕਰਨ ਲਈ। ਤੇ ਉਮੀਦ ਹੈ ਤੁਹਾਨੂੰ ਇਹ ਟੌਪਿਕ ਅੱਛਾ ਲੱਗਿਆ ਹੋਊ, ਸਮਝ ਆਇਆ ਹੋਊਗਾ। ਔਰ ਜੇ ਤੁਹਾਨੂੰ ਅੱਛਾ ਲੱਗਿਆ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਸ਼ੇਅਰ ਕਰੋ। ਥੈਂਕ ਯੂ ਸੋ ਮਚ।